ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਸਿੱਧ ਕਥਾਵਾਚਕ ਸਨ ਗਿਆਨੀ ਸੰਤ ਸਿੰਘ ਮਸਕੀਨ। ਇਹ ਲਿਖਤ ਪ੍ਰੋਫੈਸਰ ਨਵ ਸੰਗੀਤ ਸਿੰਘ, ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ, ਬਠਿੰਡਾ, ਪੰਜਾਬ ਵਾਲਿਆਂ ਨੇ ਲਿਖੀ ਹੈ। ਆਪ ਲਿਖਦੇ ਹਨ, ਗਿਆਨੀ ਸੰਤ ਸਿੰਘ ਮਸਕੀਨ ਗੁਰਬਾਣੀ ਅਤੇ ਸਿੱਖ ਧਰਮ ਦੇ ਪ੍ਰਕਾਂਡ ਵਿਦਵਾਨ ਹੋ ਗੁਜ਼ਰੇ ਹਨ। ਉਹਨਾਂ ਨੂੰ ਹੋਰਨਾਂ ਧਰਮਾਂ ਬਾਰੇ ਵੀ ਡੂੰਘੀ ਜਾਣਕਾਰੀ ਸੀ। ਧਾਰਮਿਕ ਖੇਤਰ ਦੀ ਮਾਇਆ ਨਾਜ਼ ਹਸਤੀ ਅਤੇ ਪੰਥ ਰਤਨ ਵਜੋਂ ਅਲੰਕ੍ਰਿਤ ਗਿਆਨੀ ਜੀ 18 ਫਰਵਰੀ ਸੰਨ 2005 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣੇ ਰੂਹਾਨੀ ਅਤੇ ਅਧਿਆਤਮਕ ਬੋਲਾਂ ਨਾਲ ਸਾਡੇ ਸਰੀਰ ਵਿੱਚ ਲਰਜ਼ ਪੈਦਾ ਕਰਕੇ ਜਾਦੂਈ ਪ੍ਰਭਾਵ ਪਾਉਣ ਵਾਲੇ ਗਿਆਨੀ ਮਸਕੀਨ ਜੀ ਬੇਸ਼ੱਕ ਸੰਸਾਰਕ ਜਗਤ ਵਿੱਚ ਮੌਜੂਦ ਨਹੀਂ ਹਨ, ਪਰ ਉਹਨਾਂ ਦੀ ਆਵਾਜ਼ ਨੂੰ ETC ਚੈਨਲ ਪੰਜਾਬੀ ਨੇ ਹਮੇਸ਼ਾ ਲਈ ਸੁਰੱਖਿਅਤ ਕਰ ਲਿਆ ਹੈ। ਦਿਲਾਂ ਨੂੰ ਧੂ ਪਾਉਣ ਵਾਲੇ ਉਹਨਾਂ ਦੇ ਅਲਫਾਜ਼ ਆਡੀਓ ਅਤੇ ਵੀਡੀਓ ਕੈਸਟਾਂ ਰਾਹੀਂ ਸੰਭਾਲੇ ਹੋਏ ਹਨ। ਗਿਆਨੀ ਮਸਕੀਨ ਜੀ ਦੇ ਸਰੋਤੇ ਬਹੁਤੇ ਅਮੀਰ, ਮਹਾਨ, ਵਿਦਵਾਨ ਜਾਂ ਕਿਸੇ ਖੇਤਰ ਦੇ ਨਾਮੀ ਵਿਅਕਤੀ ਨਹੀਂ ਸਨ ਹੁੰਦੇ, ਸਗੋਂ ਉਹ ਇੱਕ ਹੀ ਸਮੇਂ ਬੱਚੇ ਤੋਂ ਬੁੱਢੇ ਤੱਕ, ਗਰੀਬ ਤੋਂ ਅਮੀਰ ਤੱਕ, ਛੋਟੇ ਤੋਂ ਵੱਡੇ ਤੱਕ ਅਤੇ ਅਨਪੜ੍ਹ ਤੋਂ ਬੁੱਧੀਜੀਵੀ ਤੱਕ ਨੂੰ ਆਪਣਾ ਸਾਥੀ ਬਣਾ ਲੈਂਦੇ ਸਨ। ਪੰਜਾਬੀ ਤੋਂ ਇਲਾਵਾ ਗਿਆਨੀ ਜੀ ਨੂੰ ਉਰਦੂ, ਫਾਰਸੀ, ਹਿੰਦੀ, ਅੰਗਰੇਜ਼ੀ ਅਤੇ ਸਿੰਧੀ ਆਦਿ ਭਾਸ਼ਾਵਾਂ ਉੱਤੇ ਵੀ ਪੂਰੀ ਮੁਹਾਰਤ ਸੀ। ਆਪਣੀ ਕਥਾ ਦੌਰਾਨ ਉਹ ਇਹਨਾਂ ਭਾਸ਼ਾਵਾਂ ਦੇ ਲੇਖਕਾਂ, ਦਾਰਸ਼ਨਿਕਾਂ, ਕਵੀਆਂ ਆਦਿ ਦੀਆਂ ਉਦਾਹਰਨਾਂ ਬੇਰੋਕ ਦਿੰਦੇ ਰਹਿੰਦੇ ਸਨ। ਦੇਸ਼ ਵਿਦੇਸ਼ ਦੇ ਸਰੋਤੇ ਉਹਨਾਂ ਦੀ ਇੱਕ ਝਲਕ ਅਤੇ ਬੋਲਾਂ ਨੂੰ ਸੁਣਨ ਲਈ ਬੇਬਲ ਰਹਿੰਦੇ ਸਨ। ਅਕਤੂਬਰ 1934 ਵਿੱਚ ਪਾਕਿਸਤਾਨ ਦੇ ਸੂਬਾ ਸਰਹੱਦ ਵਿਖੇ ਲੱਕੀ ਮਰਵਤ ਵਿੱਚ ਪਿਤਾ ਸਰਦਾਰ ਕਰਤਾਰ ਸਿੰਘ ਦੇ ਘਰ ਅਤੇ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਜਨਮੇ ਇਸ ਸੰਤ ਨੇ ਵੰਡ ਪਿੱਛੋਂ ਭਾਰਤ ਦੇ ਸੂਬਾ ਰਾਜਸਥਾਨ ਵਿੱਚ ਸੀਸ ਗਰਾਂ ਅਲਵਰ ਨੂੰ ਆਪਣਾ ਸਥਾਈ ਨਿਵਾਸ ਸਥਾਨ ਬਣਾ ਲਿਆ ਸੀ। ਉਹਨਾਂ ਨੇ ਪ੍ਰਾਇਮਰੀ ਤਾਂ ਪਿੰਡ ਦੇ ਖਾਲਸਾ ਸਕੂਲ ਤੋਂ ਪਾਸ ਕਰ ਲਈ ਸੀ, ਪਰ 1947 ਦੀ ਵੰਡ ਕਰਕੇ ਗੌਰਮਿੰਟ ਹਾਈ ਸਕੂਲ ਤੋਂ ਮੈਟ੍ਰਿਕ ਦੀ ਪ੍ਰੀਖਿਆ ਨਾ ਦੇ ਸਕੇ। ਭਾਰਤ ਆ ਕੇ ਉਹਨਾਂ ਨੇ ਰੇਲਵੇ ਵਿੱਚ ਡਰਾਈਵਿੰਗ ਦੀ ਟ੍ਰੇਨਿੰਗ ਲਈ, ਪਰ 2 ਮਹੀਨਿਆਂ ਬਾਅਦ ਕੰਮ ਵਿੱਚੇ ਹੀ ਛੱਡ ਦਿੱਤਾ। ਉਹਨਾਂ ਦੇ ਪਿਤਾ ਜੀ 1952 ਵਿੱਚ ਅਲਵਰ ਵਿਖੇ ਅਕਾਲ ਚਲਾਣਾ ਕਰ ਗਏ ਸਨ। ਪਰਮਾਰਥਕ ਰੁਚੀਆਂ ਹੋਣ ਕਰਕੇ ਗਿਆਨੀ ਜੀ ਬਿਹੰਗਮ ਸਾਧੂਆਂ ਨਾਲ ਰਲ ਗਏ ਅਤੇ ਬ੍ਰਹਮ ਵਿਦਿਆ ਦਾ ਡੂੰਘਾ ਅਧਿਐਨ ਕੀਤਾ। ਆਪ ਨੇ ਗਿਆਨੀ ਬਲਵੰਤ ਸਿੰਘ ਅਤੇ ਨਿਰਮਲੇ ਸੰਤਾਂ ਕੋਲੋਂ ਗੁਰਮਤਿ ਵਿਦਿਆ ਪ੍ਰਾਪਤ ਕੀਤੀ ਅਤੇ ਕਥਾਵਾਚਕ ਬਣ ਗਏ। ਆਪ ਨੇ ਮਹਾਨਦੀ ਦੇ ਕੰਢੇ ਕਸਬਾ ਬੁਰਲਾ, ਸੰਬਲਪੁਰ, ਉੜੀਸਾ ਵਿਖੇ ਰਹਿਣਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਭਜਨ ਸਿਮਰਨ ਦੇ ਨਾਲ-ਨਾਲ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸੁਣਾ ਕੇ ਨਿਹਾਲ ਕਰਦੇ ਰਹੇ। ਉਹਨਾਂ ਦੀ ਪ੍ਰੇਰਨਾ ਅਧੀਨ ਸੰਗਤਾਂ ਨੇ ਉੱਥੇ ਗੁਰਦੁਆਰੇ ਦਾ ਨਿਰਮਾਣ ਕੀਤਾ। 1957 ਦੇ ਅੰਤ ਵਿੱਚ ਆਪ ਅਲਵਰ ਵਾਪਸ ਆ ਗਏ, ਜਿੱਥੇ 1958 ਵਿੱਚ ਆਪ ਦੀ ਸ਼ਾਦੀ ਹੋ ਗਈ। ਅਲਵਰ ਰਹਿੰਦਿਆਂ ਆਪ ਹਰ ਸਾਲ ਮਹਾਨ ਗੁਰਮਤਿ ਸਮਾਗਮ ਕਰਵਾਉਂਦੇ ਸਨ, ਜਿੱਥੇ ਕਥਾ ਕੀਰਤਨ ਦਾ ਲਾਸਾਨੀ ਜਲਵਾ ਹਰੇਕ ਨੂੰ ਕੀਲਣ ਦੀ ਸਮਰੱਥਾ ਰੱਖਦਾ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਆਪਣੇ ਅਗੰਮੀ ਬੋਲਾਂ ਨਾਲ ਮੋਹਿਤ ਕਰ ਲੈਣ ਵਾਲਾ ਇਹ ਦਰਵੇਸ਼ ਮਾਨਵ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਦੀਪਮਾਲਾ ਤੱਕ ਹੁਕਮਨਾਮੇ ਦੀ ਕਥਾ ਨੂੰ ਪ੍ਰਵਾਹਿਤ ਕਰਨਾ ਆਪਣਾ ਪਰਮ ਲਕਸ਼ ਸਮਝਦਾ ਰਿਹਾ। ਆਪ ਨੇ ਭਾਰਤ ਦੇ ਮਹਾਨਗਰਾਂ ਜਿਵੇਂ ਅੰਮ੍ਰਿਤਸਰ, ਪਟਨਾ ਸਾਹਿਬ, ਦਿੱਲੀ, ਮੁੰਬਈ, ਕੋਲਕਾਤਾ, ਇੰਦੌਰ, ਕਾਨਪੁਰ
ਅਤੇ ਅਲੀਗੜ੍ਹ ਆਦਿ ਸਿੱਖ ਸਟੇਜਾਂ ਉੱਤੇ ਗੁਰਮਤ ਵਿਚਾਰਾਂ ਪ੍ਰਗਟ ਕੀਤੀਆਂ। ਆਪਣੇ ਜੀਵਨ ਵਿੱਚ ਕਈ ਵਾਰ ਉਹਨਾਂ ਨੇ ਅਫਗਾਨਿਸਤਾਨ, ਈਰਾਨ, ਕੁਵੈਤ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਇੰਗਲੈਂਡ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਆਦਿ ਹੋਰ ਅਨੇਕਾਂ ਦੇਸ਼ਾਂ ਵਿੱਚ ਉੱਥੋਂ ਦੇ ਸਿੱਖਾਂ ਦੀ ਮੰਗ ਨੂੰ ਮੁੱਖ ਰੱਖ ਕੇ ਗੁਰਮਤ ਪ੍ਰਚਾਰ ਰਾਹੀਂ ਗੁੰਮਰਾਹ ਅਤੇ ਪਤਿਤ ਹੋਏ ਸਿੱਖਾਂ ਨੂੰ ਪਾਖੰਡੀਆਂ ਤੇ ਭੇਖੀਆਂ ਦੇ ਜਾਲ ਵਿੱਚੋਂ ਕੱਢ ਕੇ ਸਿੱਖੀ ਦੇ ਮਾਰਗ ਤੇ ਤੋਰਨ ਦੀ ਸਫਲ ਕੋਸ਼ਿਸ਼ ਕੀਤੀ। ਕਈ ਥਾਈਂ ਅਨਮਤੀਆਂ ਗੈਰ ਸਿੱਖਾਂ ਦੇ ਸੱਦੇ ਤੇ ਵੀ ਗੁਰਮਤ ਦਰਸ਼ਨ ਦੀ ਉੱਚਤਾ ਨੂੰ ਬੇਬਾਕੀ ਨਾਲ ਪ੍ਰਗਟ ਕੀਤਾ। ਗਿਆਨੀ ਜੀ ਇੱਕ ਨਿਰਭਉ ਤੇ ਨਿਰਵੈਰ ਵਿਅਕਤੀ ਸਨ। ਗੁਰਬਾਣੀ ਵਿੱਚ ਅਟੁੱਟ ਆਸਥਾ ਰੱਖਦਿਆਂ ਉਹ ਆਪਣੀਆਂ ਨਿਰਪੱਖ ਟਿੱਪਣੀਆਂ ਕਰਕੇ ਲੋਕਾਂ ਵਿੱਚ ਹਮੇਸ਼ਾ ਚਰਚਿਤ ਰਹੇ। ਉਹਨਾਂ ਨੂੰ ਇਸ ਗੱਲੋਂ ਸਖਤ ਚਿੜ ਸੀ ਕਿ ਲੋਕੀ ਗੁਰਦੁਆਰੇ ਤਾਂ ਆਉਂਦੇ ਹਨ, ਪਰ ਕੀਰਤਨ ਸੁਣਨ ਦੀ ਬਜਾਏ ਆਪ ਗੁਟਕਾ ਲੈ ਕੇ ਪਾਠ ਕਰਨ ਬਹਿ ਜਾਂਦੇ ਹਨ। ਇਸੇ ਤਰ੍ਹਾਂ ਉਹ ਵਿਖਾਵੇ ਦੀ ਦੁਨੀਆ ਵਿੱਚ ਵਿਚਰ ਰਹੇ ਅਖੌਤੀ ਪੰਥਕ ਆਗੂਆਂ ਤੇ ਵੀ ਵਿਅੰਗ ਕਰਦੇ ਰਹਿੰਦੇ ਸਨ, ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਮਦਨੀ ਦਾ ਜ਼ਰੀਆ ਬਣਾਇਆ ਹੋਇਆ ਹੈ। ਉਹਨਾਂ ਨੇ ਦੇਸ਼ ਵਿਦੇਸ਼ ਦੇ ਹਰ ਛੋਟੇ ਵੱਡੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ, ਚਾਹੇ ਉਹ ਜੈਨੀਆਂ ਦਾ ਹੋਵੇ, ਬੋਧੀਆਂ ਦਾ ਜਾਂ ਸਰਬ ਧਰਮ ਸੰਮੇਲਨ। ਉਹ ਆਪਣੀ ਗੱਲ ਪੂਰੀ ਦ੍ਰਿੜਤਾ ਅਤੇ ਦਲੀਲ ਸਹਿਤ ਪ੍ਰਸਤੁਤ ਕਰਨ ਦੇ ਸਮਰੱਥ ਸਨ। ਕਿਸੇ ਨੂੰ ਉਹਨਾਂ ਦੀ ਗੱਲ ਬੁਰੀ ਲੱਗੇ ਜਾਂ ਠੇਸ ਪਹੁੰਚਾਉਣ ਵਾਲੀ ਜਾਪੇ ਤਾਂ ਉਹ ਅਗਾਊਂ ਬੜੀ ਹਲੀਮੀ ਨਾਲ ਖਿਮਾ ਯਾਚਨਾ ਪ੍ਰਗਟ ਕਰ ਦਿੰਦੇ ਸਨ। ਆਪਣੇ ਪ੍ਰਚਾਰ ਦੌਰਿਆਂ ਦੌਰਾਨ ਉਹਨਾਂ ਦੇ ਨਾਲ ਕੁਝ ਸਾਥੀ ਵੀ ਹਮੇਸ਼ਾ ਰਹਿੰਦੇ ਸਨ। ਇਹ ਉਹਨਾਂ ਦੀ ਲਾਸਾਨੀ ਸ਼ਖਸੀਅਤ ਦਾ ਹੀ ਅਸਰ ਹੈ ਕਿ ਉਹਨਾਂ ਦੇ ਸਦੀਵੀ ਵਿਛੋੜੇ ਪਿੱਛੋਂ ਉਹਨਾਂ ਦੇ ਕੁਝ ਨਿਕਟਵਰਤੀ ਵਿਅਕਤੀਆਂ ਨੇ ਕਥਾ ਦੇ ਪ੍ਰਵਾਹ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਹੈ। ਇਹਨਾਂ ਵਿੱਚ ਗਿਆਨੀ ਹਰਿੰਦਰ ਸਿੰਘ ਅਲਵਰ, ਗਿਆਨੀ ਰਣਜੀਤ ਸਿੰਘ ਗੌਹਰ ਅਤੇ ਗਿਆਨੀ ਗੁਰਵਿੰਦਰ ਸਿੰਘ ਕੋਮਲ ਦੇ ਨਾਂ ਵਿਸ਼ੇਸ਼ ਤੌਰ ਤੇ ਉਲੇਖਯੋਗ ਹਨ। ਇਹਨਾਂ ਵਿੱਚੋਂ ਕੁਝ ਇੱਕ ਦੀ ਸ਼ਖਸੀਅਤ, ਬੋਲ ਅਤੇ ਪੇਸ਼ਕਾਰੀ ਮਸਕੀਨ ਜੀ ਨਾਲ ਇਸ ਹੱਦ ਤੱਕ ਮਿਲਦੀ ਹੈ ਕਿ ਕਦੇ ਕਦਾਈਂ ਮਸਕੀਨ ਜੀ ਦਾ ਭੁਲੇਖਾ ਪੈਂਦਾ ਹੈ। ਮਸਕੀਨ ਜੀ ਗੁਰਬਾਣੀ ਦੇ ਇੱਕ ਇੱਕ ਅੱਖਰ, ਇੱਕ ਇੱਕ ਪਦ ਨੂੰ ਬੜੀ ਬਾਰੀਕੀ ਨਾਲ ਸਮਝਾਉਂਦੇ ਤੇ ਉਸ ਦੀ ਤਹਿ ਤੱਕ ਜਾ ਕੇ ਵਿਆਖਿਆ ਕਰਦੇ ਸਨ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਉਹ ਸਿੱਖ ਧਰਮ ਜਾਂ ਗੁਰਬਾਣੀ ਦੇ ਨਾਲ ਨਾਲ ਮਿਰਜ਼ਾ ਗਾਲਿਬ, ਜ਼ੌਕ, ਮੀਰ ਜੇ ਕਵੀਆਂ ਦੀਆਂ ਗਜ਼ਲਾਂ ਦੇ ਸ਼ੇਅਰਾਂ, ਵੇਦਾਂ, ਉਪਨਿਸ਼ਦਾਂ, ਬੋਧੀਆਂ, ਜੈਨੀਆਂ, ਪਾਰਸੀਆਂ, ਯਹੂਦੀਆਂ ਦੇ ਧਰਮ ਗ੍ਰੰਥਾਂ, ਸ਼ੇਖ ਸ਼ਾਦੀ ਦੀਆਂ ਗੁਲਸਤਾਂ ਤੇ ਬੋਸਤਾਂ, ਭਾਈ ਨੰਦ ਲਾਲ ਗੋਆ ਜੀ ਦੇ ਦੀਵਾਨ, ਸੂਫੀ ਸੰਤ ਸ਼ਮਸ ਤਬਰੇਜ਼ ਅਤੇ ਸਰਮਦ ਦੀਆਂ ਰਬਾਈਆਂ, ਜੋਗੀ ਭਰਥਰੀ ਆਦਿ ਅਣਗਿਣਤ ਭਾਰਤੀ ਤੇ ਵਿਦੇਸ਼ੀ ਲੇਖਕਾਂ, ਕਵੀਆਂ, ਚਿੰਤਕਾਂ, ਦਾਰਸ਼ਨਿਕਾਂ ਨੂੰ ਆਪਣੀ ਕਥਾ ਦਾ ਆਧਾਰ ਬਣਾਉਂਦੇ। ਇਹੋ ਜਿਹੇ ਵੇਰਵੇ ਉਹਨਾਂ ਨੂੰ ਜ਼ਬਾਨੀ ਕੰਠ ਸਨ। ਇੰਨੀ ਵੱਡੀ ਉਮਰ ਵਿੱਚ ਉਹਨਾਂ ਦੀ ਯਾਦ ਸ਼ਕਤੀ ਵੇਖ ਕੇ ਸਰੋਤੇ ਮੂੰਹ ਵਿੱਚ ਉਂਗਲਾਂ ਪਾ ਲੈਂਦੇ ਸਨ। ਆਧੁਨਿਕ ਸਮੇਂ ਦੀਆਂ ਨਵੀਆਂ ਖੋਜਾਂ, ਡਾਕਟਰੀ, ਇੰਜੀਨੀਅਰਿੰਗ, ਕੰਪਿਊਟਰ ਆਦਿ ਦੀਆਂ ਬਾਰੀਕੀਆਂ ਅਤੇ ਇਹਨਾਂ ਵਿਸ਼ਿਆਂ ਦੇ ਮਾਹਰਾਂ ਨਾਲ ਗੱਲਬਾਤ ਸਮੇਂ ਉਹ ਆਪਣੀ ਗੱਲ ਮਨਵਾਉਣ ਦਾ ਦਬਦਬਾ ਰੱਖਦੇ ਸਨ। ਆਪ ਜੀ ਦੇ ਵਿਚਾਰਾਂ ਅਤੇ ਬਚਨਾਂ ਨੂੰ ਉਹਨਾਂ ਦੀਆਂ ਕੁਝ ਇੱਕ ਪੁਸਤਕਾਂ ਰਾਹੀਂ ਵੀ ਸਮਝਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਗੁਰੂ ਚਿੰਤਨ, ਗੁਰੂ ਜੋਤੀ, ਤੀਜਾ ਨੇਤਰ, ਚੌਥਾ ਪਦ, ਪੰਚ ਪ੍ਰਵਾਨ, ਖਟ ਦਰਸ਼ਨ, ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਰਤਨਾਗਰ, ਪੰਜ ਵਿਕਾਰ ਤੇ ਚਾਰ ਯੁੱਗ, ਰਸ ਧਾਰਾ ਆਦਿ ਪ੍ਰਮੁੱਖ ਹਨ। ਸਹਾਰਨਪੁਰ ਵਿਖੇ ਰਹਿੰਦੇ ਆਪ ਦੇ ਇੱਕ ਪਰਮ ਸ਼ਰਧਾਲੂ ਕਰਨੈਲ ਸਿੰਘ ਕੈਸਟਾਂ ਵਾਲਾ ਨੇ ਮਸਕੀਨ ਜੀ ਦੇ ਵਿਚਾਰਾਂ ਨੂੰ ਕੈਸਟਾਂ ਰਾਹੀਂ ਸੁਣ ਕੇ
ਲਿਖ ਕੇ ਮੇਰੇ 94ਵੇਂ ਲੈਕਚਰਨਾਮੀ 2 ਪੁਸਤਕਾਂ ਵਿੱਚ ਆਪਣੀ ਕ੍ਰਿਤੱਗਤਾ ਪ੍ਰਗਟ ਕੀਤੀ ਹੈ। ਸਰੋਤਿਆਂ ਨੂੰ ਦਾਸ ਇੱਥੇ ਦੱਸਣਾ ਚਾਹੁੰਦਾ ਹੈ ਕਿ ਮੇਰੇ 94ਵੇਂ ਲੈਕਚਰਨਾਮੀ 2 ਪੁਸਤਕਾਂ ਮਸਕੀਨ ਜੀ ਦੀਆਂ ਕੈਸਟਾਂ ਨੂੰ ਸੁਣ ਕੇ ਸਭ ਤੋਂ ਪਹਿਲਾਂ ਡਾਕਟਰ ਅਨੋਖ ਸਿੰਘ ਜੀ ਨੇ ਸੰਪਾਦਿਤ ਕੀਤੀਆਂ ਸਨ। ਮਸਕੀਨ ਜੀ ਦੀਆਂ ਕੁਝ ਉਲੇਖਯੋਗ ਉਕਤੀਆਂ ਇੱਥੇ ਪਾਠਕਾਂ ਦੀ ਜਿਗਿਆਸਾ ਹਿੱਤ ਪੇਸ਼ ਕਰਦਾ ਹਾਂ। ਆਓ ਆਪਣੇ ਹਿਰਦੇ ਦੀ ਸ਼ਮਾ ਰੋਸ਼ਨ ਕਰੀਏ ਤਾਂ ਕਿ ਸੰਸਾਰ ਮੁਨੱਵਰ ਹੋ ਸਕੇ, ਸੁੱਤੀ ਹੋਈ ਚੇਤਨਾ ਜਗਾਈਏ ਤਾਂ ਕਿ ਸਾਡੇ ਸਦਕਾ ਸੁੱਤਾ ਹੋਇਆ ਸੰਸਾਰ ਜਾਗ ਸਕੇ, ਅਸੀਂ ਅਸਲ ਜੋਗੀ ਬਣ ਸਕੀਏ। ਮਨੁੱਖੀ ਚਿਹਰੇ ਨੂੰ ਇੱਕਸਾਰ ਵੇਖੀਏ ਤਾਂ ਪੈਰ ਨਹੀਂ ਦਿਖਾਈ ਦੇਣਗੇ ਅਤੇ ਜੇ ਪੈਰਾਂ ਨੂੰ ਤੱਕੀਏ ਤਾਂ ਫਿਰ ਚਿਹਰਾ ਨਹੀਂ ਦਿਖਾਈ ਦਿੰਦਾ। ਬਸ ਇਹੀ ਇੱਕ ਨਿਯਮ ਹੈ। ਗੁਣਾਂ ਨੂੰ ਦੇਖੀਏ ਤਾਂ ਔਗਣ ਦਿਖਾਈ ਨਹੀਂ ਦੇਣਗੇ ਅਤੇ ਜੇ ਔਗਣਾਂ ਨੂੰ ਦੇਖੀਏ ਫਿਰ ਗੁਣ ਦਿਖਾਈ ਨਹੀਂ ਦੇਣਗੇ। ਜੋਤਿਸ਼ ਦੀ ਚਿੰਤਾ ਛੱਡ ਕੇ ਨਾਮ ਜਪਣ ਦੀ ਫਿਕਰ ਕਰੀਏ, ਭਵਿੱਖ ਦਾ ਫਿਕਰ ਛੱਡ ਕੇ ਪ੍ਰਭੂ ਦਾ ਚਿੰਤਨ ਕਰੀਏ। ਭਵਿੱਖ ਦੇ ਵਿੱਚ ਤਾਂ ਮੈਨੂੰ ਉਹੀ ਮਿਲੇਗਾ ਜੋ ਮੈਂ ਅੱਜ ਬੋ ਰਿਹਾ ਹਾਂ, ਤੇ ਜੋ ਮੈਂ ਬੋ ਰਿਹਾ ਹਾਂ ਉਸ ਦੀ ਚਿੰਤਾ ਕਰਾਂ। ਭਵਿੱਖ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈ। ਸਿੱਖ ਕੌਮ ਵਿੱਚ ਜਿਤਨੇ ਵੀ ਪਾਖੰਡੀ ਗੁਰੂ ਬਣਦੇ ਸਾਰੇ ਹੀ ਗੁਰਬਾਣੀ ਦੇ ਆਸਰੇ ਨੇ, ਕਿਉਂਕਿ ਸਾਗਰ ਤੋਂ ਹੀ ਬੱਦਲ ਉੱਠਦੇ ਨੇ, ਇੱਥੋਂ ਹੀ ਸ਼ਬਦ ਦਾ ਆਸਰਾ ਲੈਂਦੇ ਨੇ ਅਤੇ ਅਲੱਗ ਇੱਕ ਛੱਪੜੀ ਬਣਾ ਕੇ ਆਪਣਾ ਸਿਲਸਿਲਾ ਚਲਾ ਲੈਂਦੇ ਨੇ। ਕਾਇਨਾਤ ਦੇ ਅੰਦਰ ਸਿਰਫ ਬੰਦਾ ਹੀ ਹੈ ਜਿਸ ਦੀਆਂ 2 ਤਸਵੀਰਾਂ ਨੇ। ਇਸ ਵਾਸਤੇ ਅਸੀਂ ਕਦੇ ਭੁੱਲ ਕੇ ਵੀ ਨਹੀਂ ਆਖਾਂਗੇ ਕਿ ਐ ਕੁੱਤੇ ਤੂੰ ਕੁੱਤਾ ਬਣ, ਪਰ ਇਹ ਮੁਹਾਵਰਾ ਅੱਜ ਵਰਤਿਆ ਜਾਂਦਾ ਹੈ ਕਿ ਐ ਬੰਦੇ ਤੂੰ ਬੰਦਾ ਬਣ। ਮੁਹਾਵਰਾ ਐਵੇਂ ਨਹੀਂ ਪ੍ਰਚਲਿਤ ਹੋਇਆ ਸਿਰਫ ਇਸ ਵਾਸਤੇ ਕਿ ਬੰਦਾ ਇੱਕ ਸਮੇਂ ਵਿੱਚ ਅੰਦਰੋਂ ਪਸ਼ੂ ਵੀ ਹੋ ਸਕਦਾ ਹੈ ਤੇ ਬੰਦਾ ਵੀ ਹੋ ਸਕਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਕੁਝ ਰੁਬਾਈਆਂ ਦੀ ਰਚਨਾ ਵੀ ਕੀਤੀ, ਪਰ ਬਾਣੀ ਦਾ ਟੀਕਾ ਕਰਨੋਂ ਹਮੇਸ਼ਾ ਅਸਮਰੱਥ ਰਹੇ। ਇਸ ਬਾਰੇ ਟਿੱਪਣੀ ਕਰਦਿਆਂ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਜਵਾਨੀ ਵਿੱਚ ਜਦੋਂ ਉਹਨਾਂ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਤੇ ਉਸ ਨੂੰ ਕੁਝ ਵਰ੍ਹੇ ਬਾਅਦ ਪੜ੍ਹਿਆ ਤਾਂ ਜਾਪਿਆ ਕਿ ਇਹ ਅਧੂਰਾ ਤੇ ਲਘੂ ਹੈ। ਇਸੇ ਕਰਕੇ ਉਹ ਨਹੀਂ ਛਪਵਾ ਸਕੇ, ਪਰ ਹੁਣ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਾਲਿਆਂ ਨੇ ਛਾਪ ਦਿੱਤਾ ਹੈ। ਜਿਵੇਂ ਜਿਵੇਂ ਮਨੁੱਖ ਦੀ ਸਮਝ ਤੇ ਸੂਝ ਡੂੰਘੀ, ਵਿਕਸਿਤ ਅਤੇ ਵਿਸਤ੍ਰਿਤ ਹੁੰਦੀ ਜਾਂਦੀ ਹੈ, ਉਸ ਨੂੰ ਆਪਣੀਆਂ ਹੀ ਪਿਛਲੀਆਂ ਗੱਲਾਂ ਨਿਗੂਣੀਆਂ ਤੇ ਬਾਉਣੀਆਂ ਜਾਪਦੀਆਂ ਹਨ। ਗਿਆਨੀ ਜੀ ਵਰਗੀ ਪਾਕ ਪਵਿੱਤਰ ਸ਼ਖਸੀਅਤ ਕਿਧਰੇ ਵਿਰਲੇ ਵਾਂਝੇ ਟਾਵੀਂ ਹੀ ਹੁੰਦੀ ਹੈ। ਸਿੱਖ ਪੰਥ ਨੂੰ ਮਸਕੀਨ ਜੀ ਦੀ ਨਜ਼ੀਰ ਲੱਭਣ ਲਈ ਪਤਾ ਨਹੀਂ ਹੋਰ ਕਿੰਨੇ ਗੇੜਾਂ ਵਿੱਚੋਂ ਲੰਘਣਾ ਪਵੇਗਾ। ਉਹ ਸਿਰਫ ਨਾਮ ਵਜੋਂ ਹੀ ਸੰਤ ਨਹੀਂ ਸਨ, ਸਗੋਂ ਉਹਨਾਂ ਦਾ ਹਰ ਕਦਮ, ਹਰ ਬੋਲ, ਹਰ ਅੰਦਾਜ਼, ਗੱਲ ਕੀ ਸਮੁੱਚੀ ਸ਼ਖਸੀਅਤ ਟਕਸਾਲੀ ਸੰਤਤਾਈ ਦੇ ਗੁਣਾਂ ਨਾਲ ਵੀ ਲਬਰੇਜ਼ ਸੀ। ਤਾਂ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿੱਚ ਉਹ ਇਸ ਪਦਵੀ ਦੇ ਲਖਾਇਕ ਸਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸੇਈ ਨਾਨਕਾ, ਪੂਰਨ ਸੋਈ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।